ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਪ ਸੁਦਾਮਾ ਦਲ ਦੀ, ਬਾਲ ਸਖਾਈ ਮਿੱਤਰ ਸਦਾਏ। ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਚੱਲਿਆ ਗਿਣਦਾ ਗੱਟੀਆਂ, ਕਿਉਂ ਕਰ ਜਾਈਐ ਕੌਣ ਮਿਲਾਏ। ਪਹੁਤਾ ਨਗਰ ਦੁਆਰ ਕਾ, ਸਿੰਘ ਦੁਆਰ ਖਲੋਤਾ ਜਾਏ। ਦੂਰਹੁ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰਿ ਜੀ ਆਏ। ਪਹਿਲੇ ਦੇ ਪਰਦਖਣਾ, ਪੈਰੀਂ ਪੈ ਕੇ ਲੈ ਗਲ ਲਾਏ। ਚਰਨ ਉਦਕ ਲੈ ਪੈਰ ਧੋਏ, ਸਿੰਘਾਸਣ ਉੱਤੇ ਬੈਠਾਏ। ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ। ਲੈ ਕੇ ਤੰਦੁਲ ਚੱਬਿਓਨ, ਵਿਦਾ ਕਰੇ ਅੱਗੇ ਪਹੁੰਚਾਏ। ਚਾਰ ਪਦਾਰਥ ਸਕੋਚ ਪਠਾਏ, ਚਾਰ ਪਦਾਰਥ ਸਕੋਚ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨਿਤਾ ਪ੍ਰਤੀ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਅੱਜ 10ਵੀਂ ਵਾਰ ਦੀ 9ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਨੇ ਸੁਦਾਮਾ ਭਗਤ ਜੀ ਦੀ ਵਾਰਤਾ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਬਹੁਤ ਵਾਰ ਸਤਿਗੁਰੂ ਜੀ ਨੇ ਸੁਦਾਮਾ ਭਗਤ ਦਾ ਜ਼ਿਕਰ ਕੀਤਾ ਹੈ। ਸੁਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤਿਹ ਕਾਜ। ਸੁਦਾਮੇ ਨੂੰ ਅਪਦਾ ਤੋਂ, ਬਿਪਤਾ ਤੋਂ ਉਹਦੀ ਰੱਖਿਆ ਕੀਤੀ, ਉਹਦੀ ਦਲਿਦਰੀ, ਉਹਦੀ ਗਰੀਬੀ ਦੂਰ ਕੀਤੀ। ਸ਼੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਇਹ ਬਚਪਨ ਵਿੱਚ ਦੋਨੇ ਹੀ ਸੰਦੀਪਨ ਮੁਨੀ ਦੇ ਕੋਲ ਪੜ੍ਹਦੇ ਸਨ। ਸੰਦੀਪਨ ਜੀ ਇਹਨਾਂ ਦੇ ਗੁਰੂ ਸਨ। ਸੁਦਾਮਾ ਗੋਕਲ ਦੇ ਬ੍ਰਾਹਮਣ ਸਨ। ਵਿਦਿਆ ਪੜ੍ਹਨ ਵਾਸਤੇ ਸੰਦੀਪਨ ਗੁਰੂ ਦੇ ਕੋਲ ਗਏ। ਕ੍ਰਿਸ਼ਨ ਜੀ ਇਹਨਾਂ ਦੇ
ਪੱਕੇ ਮਿੱਤਰ ਬਣ ਗਏ। ਜਦੋਂ ਵੀ ਕਿਤੇ ਸੰਦੀਪਨ ਗੁਰੂ ਨੇ ਭੇਜਣਾ ਕਿਸੇ ਕੰਮ ਲਈ ਤੇ ਦੋਵਾਂ ਨੇ ਇਕੱਠਿਆਂ ਜਾਣਾ। ਆਸ਼ਰਮ ਦੇ ਵਿੱਚ ਰਹਿ ਕੇ ਇਕੱਠਿਆਂ ਨੇ ਸੇਵਾ ਕਰਨੀ। ਵੀਰ ਜੀ ਸਿਰ ਢੱਕ ਕੇ ਗੁਰੂ ਦਰਬਾਰ ਦੇ ਵਿੱਚ ਆਇਆ ਕਰੋ। ਸੋ ਜਦੋਂ ਵੀ ਕਿਤੇ ਭੇਜਣਾ ਇਕੱਠਿਆਂ ਹੀ ਜਾਣਾ, ਇਕੱਠਿਆਂ ਹੀ ਕੰਮਕਾਰ ਕਰਨੇ। ਸੋ ਇੱਕ ਵਾਰ ਦੀ ਗੱਲ ਹੈ, ਜੰਗਲ ਦੇ ਵਿੱਚ ਲੱਕੜਾਂ ਲੈਣ ਦੇ ਵਾਸਤੇ ਗੁਰੂ ਨੇ ਇਹਨਾਂ ਦੋਹਾਂ ਨੂੰ ਭੇਜਿਆ। ਘਰੋਂ ਉਸ ਦਿਨ ਭੁੱਜੇ ਹੋਏ ਜਿਹੜੇ ਛੋਲੇ ਉਹ ਲੈ ਕੇ ਆਏ ਸੀ ਸੁਦਾਮਾ ਜੀ। ਜੰਗਲ ਦੇ ਵਿੱਚ ਤੇਜ਼ ਹਨੇਰੀ ਆਈ, ਮੀਂਹ ਆਇਆ। ਉੱਥੇ ਇੱਕ ਰੁੱਖ ਦੇ ਹੇਠਾਂ ਬੁੱਕਲ ਮਾਰ ਕੇ ਬਹਿ ਗਏ ਅਤੇ ਕ੍ਰਿਸ਼ਨ ਜੀ ਤੋਂ ਚੋਰੀ ਉਹ ਪੱਲਿਓਂ ਛੋਲੇ ਕੱਢ ਕੇ ਚੱਬਣ ਲੱਗ ਪਏ। ਜਦੋਂ ਆਵਾਜ਼ ਆਈ, ਹੁਣ ਮੂੰਹ ਕੱਪੜੇ ਦੇ ਨਾਲ ਲੁਕੋਇਆ ਹੋਇਆ ਸੀ। ਕ੍ਰਿਸ਼ਨ ਜੀ ਪੁੱਛਣ ਲੱਗੇ, ਐ ਸਖੇ ਕੀ ਖਾ ਰਹੇ ਹੋ, ਕੀ ਚੱਬ ਰਹੇ ਹੋ? ਅਤੇ ਅੱਗੋਂ ਸੁਦਾਮੇ ਨੇ ਕਿਹਾ, ਕੁਛ ਨਹੀਂ, ਚੱਬ ਕੁਛ ਨਹੀਂ ਰਿਹਾ, ਠੰਡ ਦੇ ਨਾਲ ਦੰਦੋ ਡਿੱਕੇ ਵੱਜ ਰਹੇ ਹੈ। ਜਦੋਂ ਮੂੰਹ ਤੋਂ ਕੱਪੜਾ ਹਟਾਇਆ, ਮੂੰਹ ਦੇ ਵਿੱਚ ਛੋਲੇ ਸਨ ਅਤੇ ਕ੍ਰਿਸ਼ਨ ਜੀ ਨੇ ਸੁਭਾਵਿਕ ਹੀ ਕਹਿ ਦਿੱਤਾ, ਕਹਿੰਦੇ ਜਾ ਉਹ ਦਲਿੱਦਰੀਆ, ਆਹ ਛੋਲਿਆਂ ਦੀ ਖਾਤਰ ਝੂਠ ਬੋਲਿਆ। ਝੂਠ ਬੋਲਣ ਦਾ ਕੀ ਲਾਭ? ਬਚਪਨ ਵਿੱਚ ਸੀ, ਪੜ੍ਹਦੇ ਸੀ, ਪਰ ਉਹ ਬਚਨ ਸਫਲ ਹੋਣਾ ਸੀ। ਫਿਰ ਐਸਤਾ ਐਸਤਾ ਉਹ ਬਚਨ ਫਲਦਾ ਗਿਆ। ਸੰਦੀਪਨ ਗੁਰੂ ਦੇ ਕੋਲੋਂ ਵਿੱਦਿਆ ਗ੍ਰਹਿਣ ਕਰਕੇ ਜਦੋਂ ਸੁਦਾਮਾ ਜੀ ਵੀ ਵਾਪਸ ਆ ਗਏ, ਕ੍ਰਿਸ਼ਨ ਜੀ ਵੀ ਆਪਣੇ ਘਰੇ ਆ ਗਏ। ਸੁਦਾਮੇ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਗਈ। ਚਾਰੇ ਪਾਸਿਆਂ ਤੋਂ ਗਰੀਬੀ ਨੇ ਘੇਰ ਲਿਆ। ਸੁਦਾਮੇ ਦਾ ਵਿਆਹ ਵੀ ਹੋਇਆ ਸੁਸ਼ੀਲਾ ਦੇ ਨਾਲ, ਬੱਚੇ ਵੀ ਹੋ ਗਏ, ਪਰ ਗਰੀਬੀ ਨੇ ਖਹਿੜਾ ਨਾ ਛੱਡਿਆ। ਇੰਨੀ ਜ਼ਿਆਦਾ ਗਰੀਬੀ, 2 ਵਕਤ ਦੀ ਰੋਟੀ ਵੀ ਪੱਕਣੀ ਘਰ ਦੇ ਵਿੱਚ ਮੁਸ਼ਕਲ ਹੋ ਗਈ। ਸੀ ਵਿਦਵਾਨ ਬ੍ਰਾਹਮਣ, ਬਹੁਤ ਵੱਡਾ ਵਿਦਵਾਨ ਸੁਦਾਮਾ, ਪਰ ਗਰੀਬੀ ਉਹ ਵਿਦਵਤਾ ਨਹੀਂ ਵੇਖਦੀ, ਉਹ ਕਿਸੇ ਦੇ ਤਨ ਨੂੰ ਨਹੀਂ ਵੇਖਦੀ। ਵਿਦਵਾਨਾਂ ਨੂੰ ਵੀ ਗਰੀਬੀ ਸਤਾਉਂਦੀ ਹੈ। ਸਮਾਂ ਇਸੇ ਤਰ੍ਹਾਂ ਜਦੋਂ ਚੱਲਦਾ ਰਿਹਾ, ਸੀ ਬਹੁਤ ਧੀਰਜ ਵਾਲਾ, ਹੌਸਲੇ ਵਾਲਾ ਸੁਦਾਮਾ। ਇੱਕ ਦਿਨ ਇੱਕ ਗਵਾਂਢਣ ਨੇ ਸੁਦਾਮੇ ਦੀ ਘਰਵਾਲੀ ਸੁਸ਼ੀਲਾ ਨੂੰ ਕਿਹਾ, ਸੁਸ਼ੀਲਾ ਇੰਨੀ ਗਰੀਬੀ ਕਿਉਂ ਕੱਟਦੇ ਪਏ ਹੋ? ਤੁਹਾਡੇ ਪਤੀ ਸੁਦਾਮੇ ਦਾ ਬਚਪਨ ਦਾ ਮਿੱਤਰ ਸ਼੍ਰੀ ਕ੍ਰਿਸ਼ਨ ਜੀ, ਉਹ ਇਸ ਵੇਲੇ ਦੁਆਰਕਾ ਦੇ ਮਹਾਰਾਜੇ ਹਨ। ਉਹਨਾਂ ਦੇ ਕੋਲ ਜਾਓ, ਉਹ ਤੁਹਾਡੀ ਗਰੀਬੀ ਦੂਰ ਕਰ ਦੇਣਗੇ ਸਾਰੀ। ਬਚਪਨ ਵਿੱਚ ਮੈਨੂੰ ਪਤਾ ਲੱਗਾ ਏ ਤੇਰੇ ਪਤੀ ਅਤੇ ਕ੍ਰਿਸ਼ਨ ਜੀ ਸੰਦੀਪਨ ਗੁਰੂ ਪਾਸੋਂ ਇਕੱਠੇ ਵਿੱਦਿਆ ਗ੍ਰਹਿਣ ਕਰਦੇ ਰਹੇ ਹੈ। ਇਹ ਬੜੇ ਮਿੱਤਰ ਰਹੇ ਹੈ ਬਚਪਨ ਦੇ, ਅਤੇ ਮਿੱਤਰ ਦੀ ਮਦਦ ਸਹਾਇਤਾ ਜ਼ਰੂਰ ਕਰਦਾ ਹੈ। ਜਾਓ ਉਹਨਾਂ ਦੇ ਕੋਲ ਜ਼ਰੂਰ ਜਾਓ। ਸੋ ਸਮਾਂ ਬੜਾ ਹੋ ਚੁੱਕਿਆ ਸੀ, ਲੰਮਾ ਸਮਾਂ ਲੰਘ ਚੁੱਕਿਆ ਸੀ। ਇੱਧਰ ਕ੍ਰਿਸ਼ਨ ਜੀ ਗੋਕਲ ਤੋਂ ਮਥੁਰਾ, ਅਤੇ ਮਥੁਰਾ ਤੋਂ ਸਮੁੰਦਰ ਦੇ ਕੰਢੇ ਦੁਆਰਕਾ ਨਗਰੀ, ਉੱਥੋਂ ਦੇ ਮਹਾਰਾਜੇ ਬਣ ਚੁੱਕੇ ਸਨ। ਜੰਗ ਯੁੱਧ ਕਰਕੇ ਹੋਰ ਕਈ ਆਸੇ ਪਾਸੇ ਦੇ ਰਾਜਿਆਂ ਨੂੰ ਜਿੱਤਿਆ ਸੀ। ਧਨ ਦੌਲਤ ਦੀ ਕੋਈ ਕਮੀ ਨਹੀਂ ਸੀ, ਪਰ ਸਮੇਂ ਦੇ ਅਵਤਾਰੀ ਪੁਰਸ਼ ਸੀ, ਸਾਰੇ ਸਤਿਕਾਰ ਕਰਦੇ ਸੀ। ਜਦੋਂ ਰਾਤ ਨੂੰ ਸੁਦਾਮਾ ਘਰੇ ਆਇਆ, ਥੱਕਿਆ ਟੁੱਟਿਆ ਮੰਜੇ 'ਤੇ ਲੰਮੇ ਪਿਆ, ਅਤੇ ਇਹਦੀ ਘਰਵਾਲੀ ਬ੍ਰਾਹਮਣੀ ਨੇ, ਸੁਸ਼ੀਲਾ ਨੇ ਕਿਹਾ, ਸੁਆਮੀ ਜੀ
ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦੀ ਹਾਂ। ਸੁਦਾਮਾ ਕਹਿੰਦਾ ਪੁੱਛੋ। ਮੈਂ ਸੁਣਿਆ ਸ੍ਰੀ ਕ੍ਰਿਸ਼ਨ ਜੀ ਬਚਪਨ ਦੇ ਤੁਹਾਡੇ ਮਿੱਤਰ ਹਨ। ਸੁਦਾਮਾ ਕਹਿੰਦਾ ਹਾਂ, ਬਚਪਨ ਵਿੱਚ ਅਸੀਂ ਇਕੱਠੇ ਸੰਦੀਪਨ ਗੁਰੂ ਕੋਲੋਂ ਵਿੱਦਿਆ ਪੜ੍ਹਦੇ ਰਹੇ ਹਾਂ। ਉਹ ਮੇਰੇ ਬੜੇ ਪਰਮ ਮਿੱਤਰ ਰਹੇ ਹੈ। ਅਤੇ ਸੁਸ਼ੀਲਾ ਦੀ ਘਰਵਾਲੀ ਕਹਿੰਦੀ ਫਿਰ ਉਹ ਦੁਆਰਕਾ ਦੇ ਮਹਾਰਾਜੇ ਨੇ ਇਸ ਵੇਲੇ। ਘਰ ਦੇ ਵਿੱਚ ਆਪਣੇ ਵੇਖੋ ਇੰਨੀ ਗਰੀਬੀ ਹੈ, ਕਈ ਵਾਰਾਂ ਤਾਂ ਭੁੱਖਿਆਂ ਸੌਣਾ ਪੈਂਦਾ ਹੈ, ਬੱਚੇ ਵੀ ਭੁੱਖੇ ਸੌਂਦੇ ਹੈ, ਅਤੇ ਤੁਸੀਂ ਉਹਨਾਂ ਕੋਲ ਜਾ ਕੇ ਆਪਣੀ ਗਰੀਬੀ ਕਿਉਂ ਨਹੀਂ ਦੂਰ ਕਰਦੇ। ਸੁਦਾਮਾ ਜੀ ਕਹਿਣ ਲੱਗੇ, ਬਹੁਤ ਲੰਮਾ ਸਮਾਂ ਹੋ ਗਿਆ, ਉਹ ਬਚਪਨ ਦੀਆਂ ਗੱਲਾਂ ਸੀ। ਅੱਜ ਮੈਂ ਇੱਥੇ ਗਰੀਬੀ ਦੀ ਹਾਲਤ ਵਿੱਚ ਹਾਂ। ਉਹ ਮਹਾਰਾਜੇ ਨੇ, ਵੱਡੇ ਅਮੀਰ ਹਨ। ਅਮੀਰਾਂ ਦਾ ਮਿੱਤਰ ਕੌਣ ਹੁੰਦਾ? ਜਿਹੜੇ ਅਮੀਰ ਹੁੰਦੇ ਹੈ ਨਾ, ਉਹ ਗਰੀਬਾਂ ਨੂੰ ਭੁੱਲ ਜਾਂਦੇ ਹੈ। ਗਰੀਬ ਦਾ ਮਿੱਤਰ ਕੌਣ ਹੁੰਦਾ? ਅਮੀਰ ਦੇ ਤਾਂ ਸਾਰੇ ਮਿੱਤਰ ਬਣ ਜਾਂਦੇ ਹੈ। ਨਾਲੇ ਮੈਨੂੰ ਹੁਣ ਕਿੱਥੇ ਉਹ ਪਛਾਣਨਗੇ? ਉਹ ਬਚਪਨ ਦੀਆਂ ਗੱਲਾਂ ਸੀ, ਕਈ ਵਰ੍ਹੇ ਲੰਘ ਗਏ ਹੈ, ਪਤਾ ਨਹੀਂ ਉਹਨਾਂ ਪਛਾਣਨਾ ਕਿ ਨਹੀਂ ਪਛਾਣਨਾ। ਸੁਸ਼ੀਲਾ ਨੇ ਕਿਹਾ, ਉਹ ਬੜੇ ਦਇਆਵਾਨ ਹਨ, ਦਿਆਲੂ ਹਨ। ਉਹਨਾਂ ਦਾ ਸੁਭਾਅ ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ ਹੈ, ਤੁਸੀਂ ਜ਼ਰੂਰ ਜਾਓ। ਸੁਦਾਮਾ ਮੰਨੇ ਨਾ, ਕਹਿੰਦਾ ਨਹੀਂ, ਮੈਂ ਨਹੀਂ ਜਾਣਾ। ਜਾ ਕੇ ਕੀ ਮੈਂ ਹੱਥ ਅੱਡਾਂ ਮੰਗਾਂ ਉਹਨਾਂ ਦੇ ਕੋਲੋਂ? ਮੰਗਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਸੁਸ਼ੀਲਾ ਕਹਿਣ ਲੱਗੀ, ਹੌਸਲਾ ਨਹੀਂ ਹਾਰੀਦਾ, ਮੰਗਿਓ ਨਾ, ਸਿਰਫ ਇੱਕ ਵਾਰ ਮਿਲ ਕੇ ਆਓ। ਤੁਸੀਂ ਮਿੱਤਰ ਨੇ ਤੁਹਾਡੇ, ਤੁਸੀਂ ਮਿਲੋਗੇ, ਉਹ ਆਪੇ ਹੀ ਬਹੁਤ ਸਾਰੀਆਂ ਬਖਸ਼ਿਸ਼ਾਂ ਕਰ ਦੇਣਗੇ। ਪਹਿਲਾਂ ਤਾਂ ਸੁਦਾਮਾ ਮੰਨਿਆ ਨਾ, ਵੀ ਹੁਣ ਮਰਨ ਵਾਲੇ ਤਾਂ ਹੋਏ ਆ। ਅਤੇ ਸੁਸ਼ੀਲਾ ਨੇ ਬਹੁਤ ਕਿਹਾ ਵੀ ਵੇਖ, 3 ਬੱਚੇ ਨੇ, ਇਹਨਾਂ ਦੀ ਮੌਤ ਦਾ ਜੋ ਪਾਪ ਹੈ ਉਹ ਵੀ ਤੈਨੂੰ ਲੱਗੇਗਾ, ਪਰਲੋਕ ਵਿੱਚ ਵੀ ਨਰਕ ਭੋਗਣੇ ਪੈਣਗੇ। ਸੁਦਾਮਾ ਕਹਿੰਦਾ ਇੱਥੇ ਨਰਕ ਭੋਗ ਲੈ, ਹੁਣ ਪਰਲੋਕ ਵਿੱਚ ਉਹਦਾ ਕਾਹਦਾ ਡਰ ਹੈ। ਖੈਰ ਗੱਲਾਂ ਬਾਤਾਂ ਦੇ ਨਾਲ ਸੁਸ਼ੀਲਾ ਨੇ ਮਨਾ ਲਿਆ ਕਿ ਇੱਕ ਵਾਰ ਜ਼ਰੂਰ ਜਾਓ। ਸੁਦਾਮਾ ਕਹਿੰਦਾ ਚੱਲ, ਤੇਰੇ ਕਹਿਣ 'ਤੇ ਮੈਂ ਚਲਿਆ ਜਾਵਾਂਗਾ। ਸੋ ਰਾਤ ਕਿਸੇ ਦੇ ਘਰੋਂ ਵਿਆਹ ਸੀ ਨੇੜੇ, ਉੱਥੋਂ ਭੋਜਨ ਆ ਗਿਆ, ਸੁਦਾਮੇ ਨੂੰ ਛਕਾਇਆ। ਰਾਤ ਸੌਂ ਗਏ। ਸਵੇਰੇ ਸੁਦਾਮੇ ਨੂੰ ਤਿਆਰ ਕੀਤਾ ਹੈ। ਪੈਰਾਂ ਵਿੱਚ ਕੋਈ ਪਾਉਣ ਲਈ ਜੋੜਾ ਨਹੀਂ, ਸਿਰ ਢੱਕਣ ਲਈ ਪੱਗ ਵੀ ਨਹੀਂ ਹੈ ਘਰ ਵਿੱਚ। ਤੇੜ ਧੋਤੀ ਬੰਨੀ ਇੱਕ ਪੁਰਾਣੀ ਚਿੱਟੀ। ਅਤੇ ਸੁਸ਼ੀਲਾ ਦੇ ਆਖੇ ਲੱਗ ਕੇ ਸੁਦਾਮਾ ਦੁਆਰਕਾ ਨੂੰ ਤੁਰ ਪਿਆ। ਅਤੇ ਇਹਦੀ ਘਰਵਾਲੀ ਬਾਹਮਣੀ ਨੇ ਕੁਝ ਭੇਟਾ ਦਿੱਤੀ ਸੀ ਕਿ ਆ ਕ੍ਰਿਸ਼ਨ ਜੀ ਨੂੰ ਭੇਟਾ ਦੇ ਦੇਵੀਂ। ਘਰ ਦੇ ਵਿੱਚ ਕੁਝ ਚੌਲ ਸੀ, ਉਹ ਇਹਦੇ ਪੱਲੇ ਬੰਨ੍ਹ ਦਿੱਤੇ ਵੀ ਆ ਭੇਟਾ ਕ੍ਰਿਸ਼ਨ ਜੀ ਨੂੰ ਅਰਪਣ ਕਰ ਦੇਵੀਂ। ਸੁਦਾਮਾ ਤੁਰਿਆ ਹੈ, ਅਤੇ ਤੁਰਿਆ ਜਾਂਦਾ ਰਸਤੇ ਵਿੱਚ ਸੋਚਦਾ ਹੈ ਵੀ ਕਿਵੇਂ ਜਾਵਾਂ ਉੱਥੇ, ਕਿਹਦੇ ਨਾਲ ਪਹਿਲਾਂ ਗੱਲਬਾਤ ਕਰਾਂਗਾ, ਮੇਰਾ ਵਕੀਲ ਕੌਣ ਬਣੇਗਾ, ਕ੍ਰਿਸ਼ਨ ਜੀ ਦੇ ਨਾਲ ਮਿਲਾਵੇਗਾ ਕੌਣ। ਸੋ ਉਹ ਸਾਰੀ ਕਥਾ ਜਿਹੜੀ ਹੈ ਭਾਈ ਗੁਰਦਾਸ ਸਾਹਿਬ ਨੇ ਲਿਖੀ ਹੈ। ਅੱਗੇ ਕੀ ਕੀ ਹੁੰਦਾ ਹੈ, ਆਓ ਭਾਈ ਗੁਰਦਾਸ ਸਾਹਿਬ ਜੀ ਦੀ ਕਲਮ ਤੋਂ ਹੀ ਸਰਵਣ ਕਰੀਏ। ਬਿਪ ਸੁਦਾਮਾ ਦਾਲ ਦੀ, ਬਾਲ ਸਖਾਈ ਮਿੱਤਰ ਸਦਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਬਿਪ ਸੁਦਾਮਾ ਦਾਲ ਦੀ। ਸੁਦਾਮਾ ਬ੍ਰਾਹਮਣ, ਉਹਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ। ਬਾਲ ਸਖਾਈ ਮਿੱਤਰ ਸਦਾਏ, ਅਤੇ ਬਾਲਪਨ ਦਾ, ਬਚਪਨ ਦਾ ਮਿੱਤਰ ਸ਼੍ਰੀ ਕ੍ਰਿਸ਼ਨ ਜੀ ਸੀ। ਬਚਪਨ ਵਿੱਚ ਇਕੱਠੇ ਪੜ੍ਹੇ, ਅਤੇ ਇਹ ਬਾਲਪੁਣੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਸਾਥੀ ਸੀ ਅਤੇ ਮਿੱਤਰ ਅਖਵਾਉਂਦਾ ਸੀ। ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਸੁਦਾਮੇ ਦੀ ਘਰਵਾਲੀ ਲਾਗੂ ਹੋਈ ਬਾਹਮਣੀ ਪਿੱਛੇ ਪੈ ਗਈ,
ਭਾਵ ਬਹੁਤ ਜ਼ਿਆਦਾ ਖਹਿੜਾ ਕੀਤਾ ਵੀ ਇੱਕ ਵਾਰਾਂ ਜ਼ਰੂਰ ਕ੍ਰਿਸ਼ਨ ਜੀ ਦੇ ਕੋਲ ਦਵਾਰਕਾ ਜਾਓ, ਮਿਲ ਕੇ ਆਓ। ਮਿਲ ਜਗਦੀਸ਼ ਦਲਿੱਦਰ ਗਵਾਏ। ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲ ਕੇ ਤੇ ਆਪਣਾ ਦਲਿੱਦਰ, ਆਪਣੀ ਗਰੀਬੀ ਜਿਹੜੀ ਹੈ ਸਾਰੀ ਦੂਰ ਕਰ ਲਵੋ। ਇਹ ਦਲਿੱਦਰ ਦੂਰ ਹੋ ਜਾਏਗਾ। ਚੱਲਿਆ ਗਿਣਦਾ ਗੱਟੀਆਂ, ਕਿਉਂ ਕਰ ਜਾਈਐ ਕੌਣ ਮਿਲਾਏ। ਹੁਣ ਸੁਦਾਮਾ ਤੁਰ ਪਿਆ, ਮਨ ਵਿੱਚ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ। ਕਈ ਵਿਚਾਰਾਂ ਆਉਂਦੀਆਂ ਨੇ, ਕਈ ਵਿਚਾਰਾਂ ਜਾਂਦੀਆਂ ਨੇ। ਹੁਣ ਮੈਨੂੰ ਭੁੱਲ ਗਏ ਹੋਣਗੇ, ਉਹ ਬਚਪਨ ਦੀਆਂ ਗੱਲਾਂ ਸੀ। ਬਚਪਨ ਵਿੱਚ ਸਾਰੇ ਇੱਕੋ ਜਿਹੇ ਹੁੰਦੇ ਨੇ, ਜਿਹੜੇ ਪਾਠਸ਼ਾਲਾ 'ਚ ਵਿਦਿਆਰਥੀ ਪੜ੍ਹਦੇ ਹੈ। ਬਸ ਆਪੋ ਆਪਣੇ ਘਰਾਂ ਨੂੰ ਜਾ ਕੇ ਜਿਵੇਂ ਜਿਵੇਂ ਕਿਸੇ ਦੇ ਕਰਮ ਭਾਗ ਸਾਰਾ ਕੁਝ ਮਿਲਦਾ ਹੈ। ਸੋ ਇਸ ਤਰ੍ਹਾਂ ਦੀਆਂ ਕਈ ਵਿਚਾਰਾਂ ਕਰਦਾ ਹੋਇਆ ਨਾ ਤੁਰਿਆ ਜਾਂਦਾ ਹੈ। ਚੱਲਿਆ ਗਿਣਦਾ ਗੱਟੀਆਂ, ਕਿਉਂ ਕਰ ਜਾਈਏ ਕੌਣ ਮਿਲਾਏ। ਕਿਵੇਂ ਮੈਂ ਉੱਥੇ ਦਵਾਰਕਾ ਦੇ ਵਿੱਚ ਪਹੁੰਚਾਂ ਅਤੇ ਕਿਹੜਾ ਵਕੀਲ ਉੱਥੇ ਮੈਨੂੰ ਕ੍ਰਿਸ਼ਨ ਜੀ ਦੇ ਨਾਲ ਮਿਲਾਵੇਗਾ। ਕਿਉਂਕਿ ਉਹ ਮਹਾਰਾਜੇ ਨੇ ਕਈ ਸਿਪਾਹੀ ਹੋਣਗੇ, ਪਹਿਰੇਦਾਰ ਹੋਣਗੇ, ਅਤੇ ਮੇਰੇ ਕੱਪੜਿਆਂ ਦੀ ਹਾਲਤ ਵੇਖ ਕੇ ਮੈਨੂੰ ਕਿਸੇ ਨੇ ਅੰਦਰ ਨਹੀਂ ਜਾਣ ਦੇਣਾ। ਚਲੋ ਚਲਿਆ ਜਾਣਾ ਇੱਕ ਵਾਰ। ਬਹੁਤਾ ਨਗਰ ਦੁਆਰਕਾ, ਸਿੰਘ ਦੁਆਰ ਖਲੋਤਾ ਜਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚੱਲਦਾ ਚੱਲਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ। ਸੁਰਗਾਂ ਵਰਗੀ ਇਹ ਨਗਰੀ ਤੱਕ ਕੇ ਮਨ ਬੜਾ ਪ੍ਰਸੰਨ ਹੋਇਆ ਵੀ ਏਡੀ ਸੋਹਣੀ ਨਗਰੀ। ਬਹੁਤਾ ਜਾਏ ਦੁਆਰਕਾ, ਸਿੰਘ ਦੁਆਰ ਖਲੋਤਾ ਜਾਏ। ਅਤੇ ਜਿੱਥੇ ਕ੍ਰਿਸ਼ਨ ਜੀ ਦਾ ਮਹਿਲ ਸੀ, ਸਿੰਘ ਦੁਆਰ ਜਿਹੜਾ ਸਿੰਘ ਪੌਰ ਸੀ ਨਾ, ਦਰਸ਼ਨੀ ਦਰਵਾਜ਼ਾ, ਦਰਸ਼ਨੀ ਡਿਉੜੀ, ਉੱਥੇ ਜਾ ਕਰਕੇ ਸੁਦਾਮਾ ਭਗਤ ਖਲੋ ਗਿਆ ਹੈ। ਹੱਥ ਇਹਦੇ ਜੁੜੇ ਹੋਏ ਨੇ, ਅਤੇ ਉੱਥੇ ਜਿਹੜੇ ਪਹਿਰੇਦਾਰ ਨੇ, ਦਰਵਾਨਚੀ ਪਹਿਰੇ 'ਤੇ ਖਲੋਤੇ ਹੋਏ, ਉਹਨਾਂ ਨੇ ਸੁਦਾਮੇ ਨੂੰ ਵੇਖਿਆ ਅਤੇ ਸੁਦਾਮੇ ਨੂੰ ਪੁੱਛਿਆ, ਕੌਣ ਹੋ, ਕਿਸ ਨੂੰ ਮਿਲਣਾ ਹੈ। ਸੁਦਾਮੇ ਨੇ ਸਾਰੀ ਆਪਣੀ ਗੱਲਬਾਤ ਦੱਸੀ ਵੀ ਮੈਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਮਿਲਣ ਆਇਆ ਹਾਂ। ਮੇਰਾ ਨਾਮ ਸੁਦਾਮਾ ਹੈ। ਮੈਂ ਉਹਨਾਂ ਦਾ ਬਚਪਨ ਦਾ ਗੁਰ ਭਾਈ ਹਾਂ, ਉਹ ਮੇਰੇ ਮਿੱਤਰ ਹਨ। ਜਦੋਂ ਇਸ ਤਰ੍ਹਾਂ ਕਿਹਾ ਤੇ ਉਹ ਪਹਿਰੇਦਾਰ ਜਿਹੜਾ ਸੀ ਨਾ, ਉਹ ਸਿਰ ਤੋਂ ਪੈਰਾਂ ਤੀਕ ਸੁਦਾਮੇ ਨੂੰ ਵੇਖਿਆ ਕਿ ਨੰਗੇ ਪੈਰ, ਵਿਆਹੀਆਂ ਪਾਟੀਆਂ ਹੋਈਆਂ, ਤੇੜ ਇੱਕ ਧੋਤੀ ਬੰਨੀ ਹੈ, ਕੋਈ ਚੰਗੇ ਤਨ 'ਤੇ ਕੱਪੜੇ ਵੀ ਨਹੀਂ। ਦੱਸਦਾ ਆਪਣੇ ਆਪ ਨੂੰ ਸ਼੍ਰੀ ਕ੍ਰਿਸ਼ਨ ਜੀ ਦਾ ਮਿੱਤਰ ਅਤੇ ਗੁਰ ਭਾਈ, ਇਕੱਠਿਆਂ ਵਿੱਦਿਆ ਪ੍ਰਾਪਤ ਕੀਤੀ। ਹੁਣ ਜਿਹੜੇ ਉੱਥੇ ਪਹਿਰੇਦਾਰ ਸਿੰਘ ਦੁਆਰ 'ਤੇ ਸੀ, ਉਹਨਾਂ ਨੂੰ ਇਹ ਹੁਕਮ ਸੀ ਕ੍ਰਿਸ਼ਨ ਜੀ ਵੱਲੋਂ ਵੀ ਕੋਈ ਅਮੀਰ ਆਵੇ, ਗਰੀਬ ਆਏ, ਕਿਸੇ ਨੂੰ ਮੋੜਨਾ ਨਹੀਂ, ਮੈਨੂੰ ਜ਼ਰੂਰ ਦੱਸਣਾ ਵੀ ਕੌਣ ਮਿਲਣ ਆਇਆ। ਉੱਥੇ ਦਰਵਾਜ਼ੇ ਦੇ ਬਾਹਰ ਡਿਉੜੀ ਦੇ ਸੁਦਾਮੇ ਨੂੰ ਬਿਠਾ ਦਿੱਤਾ ਅਤੇ ਅੰਦਰ ਜਾ ਕਰਕੇ ਪਹਿਰੇਦਾਰ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਦੱਸਿਆ ਵੀ ਇਸ ਤਰ੍ਹਾਂ ਇੱਕ ਕੋਈ ਗਰੀਬ ਬ੍ਰਾਹਮਣ ਆਇਆ ਹੈ, ਆਪਣਾ ਨਾਮ ਸੁਦਾਮਾ ਦੱਸਦਾ ਹੈ, ਕਹਿੰਦਾ ਹੈ ਮੈਂ ਤੁਹਾਡਾ ਮਿੱਤਰ ਹਾਂ, ਗੁਰ ਭਾਈ ਨੇ ਮੇਰੇ। ਜਦੋਂ ਹੀ ਇਹ ਸੁਦਾਮਾ ਨਾਂ ਕੰਨਾਂ ਦੇ ਵਿੱਚ ਕ੍ਰਿਸ਼ਨ ਜੀ ਨੇ ਸੁਣਿਆ, ਉਸੇ ਵੇਲੇ ਸਿੰਘਾਸਨ ਤੋਂ ਉੱਠ ਕੇ ਦੌੜੇ ਹੈ, ਭੱਜਦੇ ਹੋਏ ਦੌੜਦੇ ਹੋਏ ਆਏ ਅਤੇ ਦੂਰੋਂ ਹੀ ਵੇਖਿਆ ਹੈ ਸੁਦਾਮੇ ਨੂੰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਏ। ਜਦੋਂ ਕ੍ਰਿਸ਼ਨ ਜੀ ਆ ਰਹੇ ਨੇ ਬਹੁਤ ਤੇਜ਼ੀ ਦੇ ਨਾਲ ਦੌੜਦੇ ਹੋਏ, ਦੂਰੋਂ ਦੇਖ ਡੰਡੌਤ ਕਰ, ਸੁਦਾਮੇ ਨੇ ਦੂਰੋਂ ਵੇਖ ਕਰਕੇ ਡੰਡਵਤ ਪ੍ਰਣਾਮ ਕੀਤਾ ਹੈ, ਨਮਸਕਾਰ ਕੀਤੀ ਹੈ। ਅਥਵਾ ਵਿਦਵਾਨ ਇਸ ਤਰ੍ਹਾਂ ਵੀ ਅਰਥ ਕਰਦੇ ਆ ਵੀ ਕ੍ਰਿਸ਼ਨ ਜੀ ਨੇ ਵੀ ਦੂਰੋਂ ਨਮਸਕਾਰ ਕੀਤੀ ਸੁਦਾਮੇ ਨੂੰ। ਵੱਡੇ ਸਨ ਨਾਲੇ ਸੁਦਾਮਾ ਜੀ ਕ੍ਰਿਸ਼ਨ ਤੋਂ ਉਮਰ ਵਿੱਚ, ਨਾਲੇ ਬ੍ਰਾਹਮਣ ਸਨ।
ਤੇ ਜਦੋਂ ਦੂਰੋਂ ਵੇਖਿਆ ਡੰਡੌਤ ਬੰਦਨਾ ਕੀਤੀ, ਛੱਡ ਸਿੰਘਾਸਣ ਹਰ ਜੀ ਆਏ। ਇਸ ਤਰ੍ਹਾਂ ਸਿੰਘਾਸਣ ਛੱਡ ਕੇ ਤੇ ਕ੍ਰਿਸ਼ਨ ਜੀ ਸੁਦਾਮੇ ਨੂੰ ਮਿਲਣ ਆਏ ਹੈ, ਬਾਹਰ ਆਏ। ਪਹਿਲੇ ਦੇ ਪਰ ਦੱਖਣਾ, ਪੈਰੀਂ ਪੈ ਕੇ ਲੈ ਗਲ ਲਾਏ। ਸਭ ਤੋਂ ਪਹਿਲਾਂ ਪਰਿਕਰਮਾ ਕੀਤੀਆਂ ਸੁਦਾਮੇ ਦੀਆਂ ਸ਼੍ਰੀ ਕ੍ਰਿਸ਼ਨ ਜੀ ਨੇ। ਗੁਰ ਭਾਈਆਂ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ, ਗੁਰ ਭਾਈ ਕੀ ਹੁੰਦੇ ਹੈ, ਕਿਵੇਂ ਇਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਇਹ ਕ੍ਰਿਸ਼ਨ ਅਤੇ ਸੁਦਾਮੇ ਦੀ ਮਿੱਤਰਤਾ ਤੋਂ ਜਾਣਿਆ ਜਾਂਦਾ ਹੈ। ਸੁਦਾਮੇ ਦੀਆਂ ਪਰਿਕਰਮਾ ਕੀਤੀਆਂ, ਫਿਰ ਅੰਦਰ ਲੈ ਗਏ, ਪੈਰੀਂ ਪੈ ਕੇ ਲੈ ਗਲ ਲਾਏ। ਕ੍ਰਿਸ਼ਨ ਜੀ ਆਪ ਸੁਦਾਮੇ ਦੇ ਪੈਰੀਂ ਪਏ, ਚਰਨਾਂ 'ਤੇ ਹੱਥ ਲਾਇਆ ਅਤੇ ਫਿਰ ਆਪਣੇ ਗਲ ਦੇ ਨਾਲ, ਆਪਣੇ ਕੰਠ ਦੇ ਨਾਲ ਲਾ ਲਿਆ, ਆਪਣੀ ਗਲਵਕੜੀ ਦੇ ਵਿੱਚ ਲੈ ਲਿਆ। ਜਦੋਂ ਗਲਵਕੜੀ ਵਿੱਚ ਲਿਆ, ਸਾਰੇ ਹੀ ਦੁੱਖ ਦੂਰ ਹੋ ਗਏ ਸੁਦਾਮੇ ਦੇ। ਅਤੇ ਜੋ ਮਨ ਵਿੱਚ ਸੋਚਿਆ ਸੀ ਸਾਰਾ ਕੁਝ ਉਹਦੇ ਤੋਂ ਉਲਟ, ਮਨ ਵਿੱਚ ਇਹ ਸੋਚਦਾ ਆਉਂਦਾ ਸੀ ਵੀ ਪਤਾ ਨਹੀਂ ਮਿਲਣਾ ਮੈਨੂੰ ਕਿ ਨਹੀਂ ਮਿਲਣਾ, ਪਛਾਣਨਗੇ ਜਾਂ ਨਹੀਂ ਪਛਾਣਨਗੇ, ਕੋਈ ਮੇਰੇ ਨਾਲ ਗੱਲਬਾਤ ਵੀ ਕਰਨਗੇ। ਕਿਉਂਕਿ ਸਮਾਂ ਪਾ ਕੇ ਜਦੋਂ ਮਿੱਤਰ ਕਿਸੇ ਵੱਡੇ ਅਹੁਦੇ 'ਤੇ ਪਹੁੰਚ ਜਾਂਦਾ ਨਾ, ਇਹ ਸੰਸਾਰ ਦੇ ਲੋਕਾਂ ਦੀ ਇੱਕ ਰੀਤ ਬਣ ਚੁੱਕੀ ਹੈ, ਉਹ ਗਰੀਬ ਨੂੰ ਭੁੱਲ ਜਾਂਦੇ ਨੇ, ਜਿਹਨੂੰ ਜਾਣਦੇ ਵੀ ਹੁਣ ਉਹਨੂੰ ਵੀ ਭੁੱਲ ਜਾਂਦੇ ਨੇ। ਜੇ ਕੋਈ ਬਚਪਨ ਦਾ ਮਿੱਤਰ, ਜੇ ਕੋਈ ਗਰੀਬੀ ਦੇ ਨਾਲ ਜੂਝਦਾ ਹੈ, ਉਹ ਪਾਸਾ ਵੱਟ ਕੇ ਲੰਘ ਜਾਣਗੇ, ਇਹ ਛੱਡ ਪਰੇ, ਮੈਂ ਤਾਂ ਅਮੀਰ ਬੰਦਾ ਹਾਂ, ਇਹ ਗਰੀਬ ਹੈ। ਇਹ ਸੰਸਾਰ ਦੇ ਲੋਕਾਂ ਦੀ ਫਿਤਰਤ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਕ੍ਰਿਸ਼ਨ ਜੀ ਵੱਲ ਵੇਖੋ, ਸੁਦਾਮੇ ਦੇ ਚਰਨੀ ਪਏ, ਗਲਵਕੜੀ ਵਿੱਚ ਲੈ ਲਿਆ ਸੁਦਾਮੇ ਨੂੰ। ਚਰਨ ਉਦਕ ਲੈ ਪੈਰ ਧੋਏ, ਸਿੰਘਾਸਣ ਉੱਤੇ ਬੈਠਾਏ। ਅਤੇ ਫਿਰ ਸੁਦਾਮੇ ਦੇ ਪੈਰ ਧੋ ਕੇ, ਚਰਨ ਧੋ ਕੇ, ਚਰਨਾਮ੍ਰਿਤ ਕ੍ਰਿਸ਼ਨ ਜੀ ਨੇ ਲਿਆ, ਚਰਨਾਂ ਦਾ ਜਲ ਪ੍ਰਾਪਤ ਕੀਤਾ, ਚਰਨਾਮ੍ਰਿਤ ਲਿਆ, ਸਿੰਘਾਸਣ ਉੱਤੇ ਬੈਠਾਏ ਅਤੇ ਆਪਣੇ ਬਰਾਬਰ ਸੁਦਾਮੇ ਨੂੰ ਸਿੰਘਾਸਣ ਦੇ ਉੱਤੇ ਬਿਠਾਇਆ। ਇੰਨਾ ਸਤਿਕਾਰ ਆਪਣੇ ਗੁਰ ਭਾਈ ਦਾ, ਆਪਣੇ ਬਚਪਨ ਦੇ ਮਿੱਤਰ ਦਾ ਕੀਤਾ। ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ। ਫਿਰ ਪਿਆਰ ਕਰਦਿਆਂ ਹੋਇਆਂ ਕ੍ਰਿਸ਼ਨ ਜੀ ਨੇ ਸੁੱਖ ਸਾਂਦ ਪੁੱਛੀ ਸੁਦਾਮੇ ਨੂੰ। ਸੁਦਾਮੇ ਨੇ ਸੁੱਖ ਸਾਂਦ ਦੱਸੀ ਹੈ ਅਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦਿਆਂ ਗੁਰ ਸੇਵਾ ਦੀ ਕਥਾ ਸੁਣਾਏ। ਇੱਕ ਦੂਜੇ ਨੂੰ ਗੁਰ ਸੇਵਾ ਦੀ ਕਥਾ ਸੁਣਾਉਣ ਲੱਗ ਪਏ ਵੀ ਵੇਖੋ, ਬਚਪਨ ਵਿੱਚ ਆਪਾਂ ਇਕੱਠੇ ਸੰਦੀਪਨ ਗੁਰੂ ਕੋਲ ਰਹਿੰਦੇ ਸੀ, ਪੜ੍ਹਦੇ ਸੀ ਇਕੱਠਿਆਂ, ਵਿੱਦਿਆ ਪੜ੍ਹੀ ਇਕੱਠੇ, ਆਪਾਂ ਕਿਤੇ ਕੰਮ 'ਤੇ ਜਾਂਦੇ ਹੁੰਦੇ ਸੀ ਜੰਗਲ 'ਚ। ਪਤਾ ਤੁਹਾਨੂੰ ਜਦੋਂ ਲੱਕੜਾਂ ਲੈਣ ਗਏ ਸੀ ਜੰਗਲ 'ਚ, ਸੁਦਾਮੇ ਨੂੰ ਕਹਿੰਦੇ ਕ੍ਰਿਸ਼ਨ ਜੀ, ਅਤੇ ਤੂੰ ਭੁੱਜੇ ਛੋਲੇ ਚੱਬ ਰਿਹਾ ਸੀ, ਮੈਂ ਪੁੱਛਿਆ ਸੀ ਤੈਨੂੰ, ਤੂੰ ਕਿਹਾ ਸੀ ਦੰਦੋ ਡਿੱਕਾ ਵੱਜ ਰਿਹਾ। ਉਹ ਸਾਰੀ ਗੱਲਬਾਤ, ਜੋ ਘਟਨਾਵਾਂ ਬਚਪਨ ਦੀਆਂ ਇੱਕ ਦੂਜੇ ਨੂੰ ਸੁਣਾਈਆਂ, ਗੁਰੂ ਦੀਆਂ ਗੱਲਾਂ ਸੁਣਾਈਆਂ, ਗੁਰੂ ਸੇਵਾ ਦੀਆਂ ਗੱਲਾਂ, ਇਹ ਕਥਾ ਇੱਕ ਦੂਜੇ ਨੂੰ ਦੋਹਾਂ ਨੇ ਸੁਣਾਈਆਂ। ਲੈ ਕੇ ਤੰਦੁਲ ਚੱਬਿਓਨ, ਵਿਦਾ ਕਰੇ ਅੱਗੇ ਪਹੁੰਚਾਏ। ਅਤੇ ਫਿਰ ਜੋ ਭੇਟਾ ਲੈ ਕੇ ਆਏ ਸੀ ਸੁਦਾਮਾ ਜੀ, ਪੱਲੇ ਬੰਨੇ ਸੀ ਚੌਲ, ਅਤੇ ਉਹ ਸੰਗਦੇ ਰਹੇ ਵੀ ਹੁਣ ਇੱਥੇ ਐਡੇ ਵੱਡੇ ਮਹਾਰਾਜੇ, ਅਤੇ ਮਾਂ ਆ ਥੋੜ੍ਹੇ ਜਿਹੇ ਚੌਲ ਭੇਟ ਕਰਾਂ ਇਹਨਾਂ ਨੂੰ। ਰੁਕਮਣੀ ਕੋਲ ਸੀ ਸ਼੍ਰੀ ਕ੍ਰਿਸ਼ਨ ਜੀ ਦੇ, ਅਤੇ ਕ੍ਰਿਸ਼ਨ ਜੀ ਨੇ ਆਪ ਹੀ ਪੁੱਛ ਲਿਆ, ਕਹਿੰਦਾ ਵੀ ਕੀ ਲੈ ਕੇ ਆਇਆ ਮੇਰੇ ਵਾਸਤੇ। ਫਿਰ ਕੁਝ ਨਾ ਕੁਝ ਤਾਂ ਸਾਡੀ ਭਰਜਾਈ ਨੇ ਭੇਜਿਆ ਹੋਵੇਗਾ ਨਾ। ਆਪ ਹੀ ਉਹ ਪੱਲਿਓਂ ਖੋਲ੍ਹ ਕੇ ਚੌਲ ਜਿਹੜੇ ਸੀ ਸ਼੍ਰੀ ਕ੍ਰਿਸ਼ਨ ਜੀ ਛਕਣ ਲੱਗ ਪਏ। ਨਾਲੇ ਪ੍ਰਸੰਨ ਹੋਈ ਜਾਣ, ਨਾਲੇ ਬਖਸ਼ਿਸ਼ਾਂ ਦੇ ਬਚਨ ਕਰੀ ਜਾਣ, ਧਨ ਦੌਲਤ ਸਾਰੇ ਪਦਾਰਥਾਂ ਦੀ ਬਖਸ਼ਿਸ਼ ਕਰੀ ਜਾਣ। ਅਖੀਰ ਰੁਕਮਣੀ ਨੇ ਕਿਹਾ ਵੀ ਆਪਣੇ ਵਾਸਤੇ ਵੀ ਕੁਝ ਰੱਖ ਲਓ, ਸਾਰਾ ਕੁਝ ਇਹਨੂੰ ਹੀ ਦੇ ਦੇਣਾ ਹੈ।
ਅਖੀਰਲਾ ਫੱਕਾ ਮਾਰਿਆ, ਬਖਸ਼ਿਸ਼ਾਂ ਦੇ ਬਚਨ ਕੀਤੇ, ਗਲ ਨਾਲ ਲਾਇਆ, ਫਿਰ ਆਪਣੇ ਕੋਲ ਹੀ ਰੱਖਿਆ। 1 ਮਹੀਨਾ ਆਪਣੇ ਕੋਲ ਰੱਖਿਆ ਤੇ ਉਧਰ ਕਾਰੀਗਰ ਭੇਜ ਦਿੱਤੇ, ਮਿਸਤਰੀ ਭੇਜ ਦਿੱਤੇ, ਮਜ਼ਦੂਰ ਭੇਜ ਦਿੱਤੇ ਵੀ ਜਾਓ ਛੇਤੀ ਸੁਦਾਮੇ ਦਾ ਘਰ ਸੋਹਣਾ ਮਹਿਲ ਵਰਗਾ ਬਣਾਉਣਾ ਹੈ, ਗਲੀਆਂ ਨਾਲੀਆਂ ਸੁੰਦਰ ਰਮਣੀਕ ਜਗ੍ਹਾ ਬਣਾ ਦੇਣੀ ਹੈ, ਧਨ ਦੌਲਤ ਦੇ ਨਾਲ ਇਹਦਾ ਘਰ ਭਰਪੂਰ ਕਰ ਦਿਓ। ਅਤੇ ਇੱਥੇ ਆਪਣੇ ਕੋਲ ਦੁਆਰਕਾ ਦੇ ਵਿੱਚ 1 ਮਹੀਨੇ ਤੋਂ ਵਧੇਰਾ ਸਮਾਂ ਰੱਖਿਆ, ਵਿਦਾ ਕਰੇ ਅੱਗੇ ਪਹੁੰਚਾਏ। ਅਤੇ ਫਿਰ ਜਦੋਂ ਸੁਦਾਮੇ ਨੇ ਕਿਹਾ ਵੀ ਮੈਂ ਹੁਣ ਜਾਣਾ ਹੈ, ਪਰਿਵਾਰ ਪਿੱਛੇ ਉਡੀਕਦਾ ਹੋਵੇਗਾ, ਅਤੇ ਵਿਦਾ ਕੀਤਾ। ਕ੍ਰਿਸ਼ਨ ਜੀ ਆਪ ਵਿਦਾ ਕਰਨ ਵਾਸਤੇ ਮਹਿਲਾਂ ਤੋਂ ਬਹੁਤ ਦੂਰ ਤੱਕ ਆਏ, ਆਪ ਤੋਰਨ ਆਏ, ਅੱਗੇ ਪਹੁੰਚਾਉਣ ਵਾਸਤੇ ਆਏ। 4 ਪਦਾਰਥ ਸਕੋਚ ਪਠਾਏ। ਸੁਦਾਮੇ ਨੇ ਆਪ ਕੋਈ ਮੰਗ ਨਹੀਂ ਕੀਤੀ, ਮੰਗਿਆ ਨਹੀਂ ਵੀ ਮੈਂ ਗਰੀਬ ਹਾਂ, ਮਨ ਵਿੱਚ ਇਹ ਲਾਲਸ ਰੱਖ ਕੇ ਆਇਆ ਵੀ ਕੋਈ ਧਨ ਮਿਲੇਗਾ, ਦੌਲਤ ਮਿਲੇਗੀ, ਕੋਈ ਮੰਗ ਨਹੀਂ ਕੀਤੀ। ਪਰ ਫਿਰ ਵੀ ਕ੍ਰਿਸ਼ਨ ਜੀ ਨੇ 4 ਪਦਾਰਥ ਧਰਮ, ਅਰਥ, ਕਾਮ, ਮੋਕਸ਼, ਇਹ 4 ਪਦਾਰਥ ਆਪ ਸੰਕੋਚਦਿਆਂ ਹੋਇਆਂ, ਕਿਉਂਕਿ ਸੁਦਾਮੇ ਨੇ ਮੰਗੇ ਨਹੀਂ, ਸੰਕੋਚਦਿਆਂ ਹੋਇਆਂ ਤੋਂ ਭਾਵੇਂ ਵੀ ਇਹ ਤਾਂ ਥੋੜ੍ਹੇ ਜਿਹੇ ਨੇ ਜਿਹੜੇ ਮੈਂ ਦਿੱਤੇ ਨੇ, ਵੀ ਇੰਨਿਆਂ ਦਾ ਕੀ ਦੇਣਾ ਹੁੰਦਾ ਹੈ। 4 ਪਦਾਰਥ ਦੇ ਦਿੱਤੇ, ਫਿਰ ਵੀ ਮਨ ਵਿੱਚ ਸੰਕੋਚਦੇ ਨੇ ਵੀ ਇਹ ਤਾਂ ਮਾਮੂਲੀ ਜੇ ਦਿੱਤੇ ਹੈ, ਉਹਦੇ ਘਰ ਦੇ ਵਿੱਚ ਸਾਰੇ ਭੇਜ ਦਿੱਤੇ। ਜਦੋਂ ਸੁਦਾਮਾ ਬ੍ਰਾਹਮਣ ਚੱਲਦਾ ਹੋਇਆ ਆਪਣੇ ਨਗਰ ਆਇਆ ਹੈ, ਬਣਿਆ ਹੋਇਆ ਮਹਿਲ ਵੇਖ ਕੇ ਹੈਰਾਨ ਰਹਿ ਗਿਆ ਅਤੇ ਮਨ ਵਿੱਚ ਸੋਚਦਾ ਹੈ ਕਿਤੇ ਗਲਤ ਜਗ੍ਹਾ 'ਤੇ ਤਾਂ ਨਹੀਂ ਆ ਗਿਆ, ਕਿਤੇ ਕੋਈ ਸੁਪਨਾ ਤਾਂ ਨਹੀਂ ਵੇਖ ਰਿਹਾ, ਇਹ ਥਾਂ ਕਿਹੜੀ ਹੈ, ਕਿਹੜੇ ਥਾਂ 'ਤੇ ਮੈਂ ਪਹੁੰਚ ਗਿਆ ਹਾਂ। ਇੰਨੇ ਚਿਰ ਨੂੰ ਇਹਦਾ ਵੱਡਾ ਪੁੱਤਰ ਦੌੜਦਾ ਹੋਇਆ ਆਇਆ, ਉਹਨੇ ਪਿਤਾ ਨੂੰ ਨਮਸਕਾਰ ਕੀਤੀ, ਆਓ ਪਿਤਾ ਜੀ ਇਹ ਹੈ ਆਪਣਾ ਘਰ। ਕਹਿੰਦਾ ਹੈ ਇਹ ਮਹਿਲ ਵਰਗਾ ਘਰ। ਅਤੇ ਇੰਨੇ ਚਿਰ ਨੂੰ ਸੁਦਾਮੇ ਦੀ ਘਰਵਾਲੀ ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ, ਸੁਆਮੀ ਜੀ ਆ ਜਾਓ, ਅੰਦਰ ਆ ਜਾਓ। ਅੰਦਰ ਬਿਠਾਇਆ, ਜਲ ਪਾਣੀ ਛਕਾਇਆ, ਪੁੱਛਣ 'ਤੇ ਦੱਸਿਆ ਵੀ ਤੁਸੀਂ ਜਦੋਂ ਦੁਆਰਕਾ ਚਲੇ ਗਏ ਨਾ ਕ੍ਰਿਸ਼ਨ ਜੀ ਦੇ ਕੋਲ, ਤਾਂ ਕ੍ਰਿਸ਼ਨ ਜੀ ਨੇ ਆਪਣੇ ਬੰਦੇ ਭੇਜ ਕੇ ਅਤੇ ਕੱਖਾਂ ਦੀ ਛੰਨ ਢਾਹ ਕੇ ਇਹ ਸੋਹਣਾ ਮਹਿਲ ਬਣਾ ਦਿੱਤਾ ਹੈ, ਅਤੇ ਧਨ ਦੌਲਤ ਦੇ ਨਾਲ ਘਰ ਨੂੰ ਭਰਪੂਰ ਕਰ ਦਿੱਤਾ ਹੈ। ਵੇਖੋ ਸੋਨੇ ਦੇ ਨਾਲ ਜੜੇ ਹੋਏ ਪਲੰਘ ਜਿਹੜੇ ਜੜਤਕਾਰੀ ਕੀਤੀ ਹੈ, ਉਹ ਅੰਦਰ ਨੇ, ਸਾਰਾ ਕੁਝ ਹੈ। ਅਤੇ ਸੁਦਾਮਾ ਬ੍ਰਾਹਮਣ ਵਾਰ-ਵਾਰ ਧੰਨਵਾਦ ਕਰਦਾ ਕ੍ਰਿਸ਼ਨ ਜੀ ਦਾ ਕਿ ਮੈਂ ਤਾਂ ਮੰਗ ਵੀ ਨਹੀਂ ਕੀਤੀ, ਕੋਈ ਐਸਾ ਵੀ ਨਹੀਂ ਕਿਹਾ ਵੀ ਮੈਂ ਕੁਝ ਲੈਣ ਆਇਆ ਹਾਂ, ਸਾਰਾ ਕੁਝ ਉਹਨਾਂ ਨੇ ਆਪ ਹੀ ਦੇ ਦਿੱਤਾ ਹੈ। ਸੁਦਾਮੇ ਦੀ ਅਪਦਾ ਦਲਿਦਰੀ ਦੂਰ ਹੋ ਗਈ, ਸੁਦਾਮਾ ਅਪਦਾ 'ਤੇ ਰਾਖਿਆ। ਸੁਦਾਮੇ ਨੂੰ ਬਿਪਤਾ ਅਪਦਾ ਤੋਂ ਬਚਾਇਆ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਕਥਾ ਨਿਰੂਪਣ ਕਰਕੇ ਲਿਖ ਕੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜੇ ਗੁਰ ਭਾਈ ਹੁੰਦੇ ਹੈ ਨਾ, ਉਹਨਾਂ ਦਾ ਆਦਰ ਸਤਿਕਾਰ ਬਹੁਤ ਜ਼ਿਆਦਾ ਸਾਨੂੰ ਕਰਨਾ ਚਾਹੀਦਾ ਹੈ। ਭਾਵੇਂ ਕ੍ਰਿਸ਼ਨ ਜੀ ਜੋ ਬਾਲਕ ਅਵਸਥਾ ਦੇ ਵਿੱਚ ਗਵਾਲਿਆਂ ਦੇ ਪੁੱਤਰ ਸੀ, ਹੁਣ ਦੁਆਰਕਾ ਦੇ ਉਹ ਰਾਜੇ ਹੈ। ਸੁਦਾਮਾ ਬਚਪਨ ਦਾ ਉਹਨਾਂ ਦਾ ਮਿੱਤਰ ਸੀ, ਗੁਰ ਭਾਈ ਸੀ, ਪਰ ਸਮੇਂ ਦਾ ਗੇੜ ਕੰਗਾਲ ਹੋ ਗਿਆ, ਗਰੀਬ ਹੋ ਗਿਆ, ਭੁਲਾਇਆ ਨਹੀਂ। ਜਦੋਂ ਨਾਂ ਸੁਣਿਆ ਅਤੇ ਸਤਿਕਾਰ ਕੀਤਾ ਸੁਦਾਮੇ ਦਾ। ਸੋ ਇਸ ਤਰ੍ਹਾਂ ਆਪਣੇ ਗੁਰ ਭਾਈਆਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਅਤੇ ਜੇ ਕੋਈ ਗੁਰ ਭਾਈ ਗਰੀਬ ਵੀ ਹੈ, ਕੰਗਾਲ ਵੀ ਹੈ, ਉਹ ਵੀ ਮਨ ਵਿੱਚ ਇਹ ਇੱਛਾ ਨਾ ਰੱਖੇ ਵੀ ਇਹ ਮਿੱਤਰ ਅਮੀਰ ਹੈ, ਇਹਨੇ ਮੈਨੂੰ ਕੁਝ ਦੇਣਾ ਹੈ, ਮੈਂ ਇਹਦੇ ਤੋਂ ਕੁਝ ਲੈਣਾ ਹੈ। ਕਿਉਂਕਿ ਸੁਦਾਮਾ ਜੀ ਨੇ ਕੋਈ ਮਨ ਵਿੱਚ ਇਹ ਨਹੀਂ ਸੀ ਰੱਖਿਆ ਵੀ ਮੈਂ ਧਨ ਲੈਣ ਆਇਆ, ਦੌਲਤ ਲੈਣ ਆਇਆ। ਸੋ ਭਾਵੇਂ ਅਮੀਰ ਹੋਈਏ, ਗਰੀਬ ਹੋਈਏ, ਗੁਰ ਭਾਈਆਂ ਦਾ ਸਤਿਕਾਰ ਸਦਾ ਸਾਨੂੰ ਕਾਇਮ ਰੱਖਣਾ ਚਾਹੀਦਾ ਹੈ। ਮਿਲਦੇ ਜੁਲਦੇ ਰਹਿਣਾ ਚਾਹੀਦਾ ਹੈ। ਇੱਕ ਦੂਜਿਆਂ ਨੂੰ ਮਿਲਦਿਆਂ ਗਿਣਦਿਆਂ ਦੇ ਮੇਲੇ ਨੇ। ਬਾਕੀ ਅਚਿੰਤੇ ਬਾਜ ਪਏ ਤਾਂ ਪਤਾ ਨਹੀਂ ਕਿਹੜੇ ਵੇਲੇ ਮੌਤ ਦੇ ਬਾਜ ਨੇ ਚਪਟ ਕੇ ਲੈ ਜਾਣਾ। ਫਿਰ
ਗੱਲਾਂ ਹੀ ਮਨ ਵਿੱਚ ਰਹਿ ਜਾਂਦੀਆਂ ਵੀ ਇੱਕ ਵਾਰਾਂ ਫਲਾਣੇ ਨੂੰ ਮਿਲ ਲੈਂਦੇ, ਉਹ ਮਿੱਤਰ ਸੀ, ਮਿਲੇ ਸੀ। ਸੋ ਇਸ ਲਈ ਇਹ ਗੁਰ ਭਾਈਆਂ ਦਾ ਸਤਿਕਾਰ ਸਾਨੂੰ ਬਹੁਤ ਜ਼ਿਆਦਾ ਕਰਨਾ ਚਾਹੀਦਾ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਲੈ ਕੇ ਤੰਦੁਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸਕੋਚ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ